ਸਤਿ ਸ਼੍ਰੀ ਅਕਾਲ। ਚਲੋ ਪੰਜਾਬੀ ਸਿੱਖੀਏ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਕਾਵ ਕਥਾ ਸੰਵੇਦਨਾ ਦਾ ਅਗਲਾ ਪਾਠ ਕਰਨ ਜਾ ਰਹੇ ਹਾਂ। ਪਾਠ ਨੰਬਰ 9, ਜਿਸ ਦਾ ਨਾਮ ਹੈ ਚੰਦੋਆ। ਇਹ ਕਹਾਣੀ ਹੈ। ਇਹ ਕਹਾਣੀ ਡਾਕਟਰ ਕਰਤਾਰ ਸਿੰਘ ਸੂਰੀ ਦੀ ਲਿਖੀ ਹੋਈ ਹੈ। ਡਾਕਟਰ ਕਰਤਾਰ ਸਿੰਘ ਸੂਰੀ, ਜਿਨ੍ਹਾਂ ਦਾ ਜਨਮ 16 ਅਕਤੂਬਰ 1927 ਈਸਵੀ ਨੂੰ ਸਰਦਾਰ ਨਾਨਕ ਸਿੰਘ ਨਾਵਲਿਸਟ ਦੇ ਘਰ ਹੋਇਆ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਦੀ MA ਕੀਤੀ। ਉਹ ਖਾਲਸਾ ਕਾਲਜ, ਗੁਰੂਸਰ ਸੁਧਾਰ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਰਹੇ। ਉਹ ਕਹਾਣੀਕਾਰ, ਲੇਖਕ ਅਤੇ ਆਲੋਚਕ ਸਨ। ਉਹਨਾਂ ਦੇ ਕਹਾਣੀ ਸੰਗ੍ਰਹਿ ਹਨ ਪ੍ਰਭਾਤ ਕਿਰਨਾਂ, ਅਰਸ਼ ਤੇ ਫਰਸ਼, ਭਗਵਾਨ ਮਹਿੰਗਾ ਹੈ, ਪੁਰਾਣਾ ਪਿੰਜਰਾ ਆਦਿ। ਅੱਜ ਅਸੀਂ ਇਹਨਾਂ ਦੁਆਰਾ ਲਿਖੀ ਹੋਈ ਕਹਾਣੀ ਚੰਦੋਆ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਬੱਚੇ, ਚੰਦੋਆ ਹੁੰਦਾ ਕੀ ਹੈ? ਚੰਦੋਆ ਮਾਣ ਤੇ ਸਤਿਕਾਰ ਦਾ ਪ੍ਰਤੀਕ ਹੁੰਦਾ ਹੈ। ਇਤਿਹਾਸ ਵਿੱਚ ਰਾਜੇ ਮਹਾਰਾਜਿਆਂ ਦੇ ਸਿੰਘਾਸਨ ਦੇ ਉੱਪਰ ਚੰਦੋਆ ਲਗਾਇਆ ਜਾਂਦਾ ਸੀ, ਜੋ ਇੱਕ ਸੁੰਦਰ ਕੱਪੜੇ ਦਾ ਬਣਾਇਆ ਜਾਂਦਾ ਸੀ, ਜਿਸ ਨੂੰ ਕੀਮਤੀ ਮੋਤੀਆਂ, ਸਿੱਪੀਆਂ, ਸਿਤਾਰਿਆਂ ਤੇ ਕਢਾਈ ਨਾਲ ਆਕਰਸ਼ਿਤ ਬਣਾਇਆ ਜਾਂਦਾ ਸੀ। ਇਹ ਚੰਦੋਆ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ, ਜਿਸ ਪਵਿੱਤਰ ਸਥਾਨ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹੁੰਦੇ ਹਨ, ਉੱਥੇ ਛੱਤ ਤੋਂ ਕੁਝ ਹੇਠਾਂ ਗੁਰੂ ਜੀ ਦੇ ਮਾਣ ਸਤਿਕਾਰ ਵਜੋਂ ਬੰਨ੍ਹਿਆ ਜਾਂਦਾ ਹੈ, ਜਿਸ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਜਰੀਦਾਰ ਝਾਲਰਾਂ ਤੇ ਕਢਾਈ ਦੇ ਡਿਜ਼ਾਈਨਾਂ ਨਾਲ ਤਿਆਰ ਕੀਤਾ ਜਾਂਦਾ ਹੈ, ਜੋ ਦੇਖਣ ਵਿੱਚ ਬਹੁਤ ਹੀ ਆਕਰਸ਼ਿਤ ਲੱਗਦਾ ਹੈ। ਸਾਹਮਣੇ ਜੋ ਦਰਬਾਰ ਸਾਹਿਬ ਦੀ ਤਸਵੀਰ ਤੁਸੀਂ ਵੇਖ ਰਹੇ ਹੋ, ਇਸ ਵਿੱਚ ਅਸੀਂ ਉੱਪਰ ਦੇਖ ਰਹੇ ਹਾਂ ਕਿ ਚੰਦੋਆ ਬੰਨਿਆ ਹੋਇਆ ਹੈ। ਇਸ ਕਹਾਣੀ ਵਿੱਚ ਲੇਖਕ ਨੇ ਆਰਥਿਕ ਪੱਖੋਂ ਅਮੀਰ ਤੇ ਗਰੀਬ ਵਰਗ ਵਿੱਚ ਮਨੋਵਿਸ਼ਲੇਸ਼ਣ ਕਰਦਿਆਂ ਹੋਇਆਂ ਸਾਡੇ ਸਮਾਜ ਦੀ ਇੱਕ ਸੱਚਾਈ ਨੂੰ ਬਿਆਨ ਕੀਤਾ ਹੈ। ਸਮਾਜ ਵਿੱਚ ਅਮੀਰ ਦਿਨ ਪ੍ਰਤੀ ਦਿਨ ਅਮੀਰ ਹੋ ਰਿਹਾ ਹੈ ਤੇ ਗਰੀਬ ਆਪਣੀਆਂ ਜ਼ਰੂਰਤਾਂ ਦੇ ਥੱਲੇ ਦਬਦਾ ਹੋਇਆ ਹੋਰ ਗਰੀਬ ਹੋ ਰਿਹਾ ਹੈ। ਇਹ ਵੀ ਸੱਚ ਹੈ ਕਿ ਬਹੁਤ ਘੱਟ ਲੋਕ ਆਪਣੇ ਗਰੀਬ ਰਿਸ਼ਤੇਦਾਰਾਂ ਦੀ ਆਰਥਿਕ ਪੱਖੋਂ ਸਹਾਇਤਾ ਕਰਦੇ ਹਨ। ਕਈ ਵਾਰ ਤਾਂ ਕੋਈ ਗਰੀਬ ਨੂੰ ਆਪਣਾ ਰਿਸ਼ਤੇਦਾਰ ਜਾਂ ਦੋਸਤ ਕਹਿਣ ਤੋਂ ਵੀ ਗੁਰੇਜ਼ ਕਰਦੇ ਹਨ। ਇਹ ਸੋਚ ਕਿਸੇ ਦੇ ਮਨ ਉੱਪਰ ਵੀ ਠੇਸ ਪਹੁੰਚਾ ਸਕਦੀ ਹੈ ਤੇ ਇਸ ਦਾ ਅਸਰ ਉਸਨੂੰ ਹੀ ਪਤਾ ਚੱਲਦਾ ਹੈ, ਜਿਸ ਨਾਲ ਕੁਝ ਇਸ ਤਰ੍ਹਾਂ ਦਾ ਵਾਪਰਦਾ ਹੈ। ਕਹਾਣੀ ਚੰਦੋਆ ਵਿੱਚ ਜਿਊਣ ਸਿੰਘ ਤੇ ਇੰਦਰ ਕੌਰ ਪਤੀ ਪਤਨੀ ਹਨ। ਜਿਊਣ ਸਿੰਘ ਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ। ਉਹ ਰੇਲਵੇ ਇੰਜਨ ਦਾ ਫਾਇਰਮੈਨ ਹੈ। ਉਹ ਆਪਣੀਆਂ ਆਰਥਿਕ ਮੁਸ਼ਕਲਾਂ ਦੇ ਕਾਰਨ ਆਪਣੀ ਇੱਕ ਸੁਖਨਾ ਨੂੰ ਵੀ ਬਹੁਤ ਲੰਬੇ ਸਮੇਂ ਤੱਕ ਦੇ ਨਹੀਂ ਪਾਉਂਦਾ। ਉਸਨੇ ਸੁਖਨਾ ਸੁੱਖੀ ਹੁੰਦੀ ਹੈ ਆਪਣੇ ਪੁੱਤਰ ਦੀ। ਉਹ ਆਪਣੇ ਪੁੱਤਰ ਦੀ ਸੁਖਨਾ ਵਿੱਚ ਦਰਬਾਰ ਸਾਹਿਬ ਵਿੱਚ ਸੁਖਦਾ ਹੈ ਕਿ ਜੇ ਉਹਨਾਂ ਦਾ ਪੁੱਤਰ, ਜੇ ਪਰਮਾਤਮਾ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੇਗਾ ਤੇ ਉਹ ਚੰਦੋਆ ਚੜਾਉਣਗੇ। ਇਸ ਤਰ੍ਹਾਂ ਅਸੀਂ ਕਹਾਣੀ ਵਿੱਚ ਦੇਖਦੇ ਹਾਂ ਕਿ ਉਸਨੂੰ ਆਪਣੀ ਇੱਕ ਸੁਖਨਾ ਪੂਰੀ ਕਰਨ ਦੇ ਲਈ ਵੀ ਕਿੰਨੀ ਜਦੋਜਹਿਦ ਕਰਨੀ ਪੈਂਦੀ ਹੈ, ਕਿੰਨੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਵੇਂ ਉਹ ਆਪਣੀ ਇਸ ਸੁਖਨਾ ਨੂੰ ਪੂਰਾ ਕਰਦਾ ਹੈ। ਕਹਾਣੀ ਚੰਦੋਆ। ਦੋਵੇਂ ਪਤੀ ਪਤਨੀ ਰੇਲ ਦਾ ਸਫ਼ਰ ਕਰ ਰਹੇ ਸਨ। ਜਿਊਣ ਸਿੰਘ ਬਾੜੀ ਦੀ ਫੱਟੀ ਨਾਲ ਢਾਸ ਨਾ ਲਾਈ ਊਂਘ ਰਿਹਾ ਸੀ ਤੇ ਉਸਦੀ ਘਰਵਾਲੀ ਸਾਹਮਣੀ ਸੀਟ ਤੇ ਬੈਠੀ ਕਾਕੇ ਨੂੰ ਦੁੱਧ ਚੁੰਘਾ ਰਹੀ ਸੀ। ਕਾਕੇ ਤੋਂ ਵੱਡੀਆਂ ਦੋਵੇਂ ਕੁੜੀਆਂ ਉਸਦੇ ਨਾਲ ਗੁੱਛਾ ਮੁੱਛੀ ਹੋਈਆਂ ਸੁੱਤੀਆਂ ਹੋਈਆਂ ਸਨ। ਗੁੱਛਾ ਮੁੱਛੀ ਹੋਣ ਦਾ ਕੀ ਅਰਥ ਹੈ ਬੱਚੇ? ਗੁੱਛਾ ਮੁੱਛੀ ਹੋਣ ਦਾ ਮਤਲਬ ਹੈ ਬਿਲਕੁਲ ਚਿਪਕ ਕੇ, ਬਿਲਕੁਲ ਸਿੰਕੁੜ ਕੇ, ਜਿਵੇਂ ਉਹਨਾਂ ਨੂੰ ਠੰਡ ਲੱਗ ਰਹੀ ਹੋਵੇ। ਰੁੱਤ ਜੋ ਸਿਆਲ ਦੀ ਸੀ। ਉਸਦੀ ਪਤਨੀ ਨੇ ਉਸਦੇ ਜੇਬ ਵੱਲ ਹੱਥ ਵਧਾਉਂਦਿਆਂ ਕਿਹਾ, ਕਰੋ ਨਾ ਉੜਾਂ ਬਟੂਆ, ਤੇ ਕਹਿੰਦਿਆਂ ਇੰਦਰ ਕੌਰ ਨੇ ਉਸਦੀ ਬਾਹਰਲੀ ਜੇਬ ਵਿੱਚੋਂ ਬਟੂਆ ਖਿੱਚ ਲਿਆ। ਇੰਦਰ ਕੌਰ ਦੀ ਆਵਾਜ਼ ਤੇ ਨਾਲੇ ਉਸਦੀਆਂ ਉਂਗਲੀਆਂ ਦੀ ਛੂਹ ਨੇ ਜਿਊਣ ਸਿੰਘ ਨੂੰ ਜਗਾ ਦਿੱਤਾ। ਸ਼ਾਇਦ ਇਸ ਵੇਲੇ ਉਹ ਝਪਕੀ ਦੇ ਉਡਾਨ ਖਟੋਲੇ ਤੇ ਚੜਿਆ ਰੇਲ ਨਾਲੋਂ ਵੀ ਪਹਿਲਾਂ ਗੁਰੂ ਜੀ ਕੀ ਨਗਰੀ ਜਾ ਪਹੁੰਚਿਆ ਸੀ, ਜਿਸ ਦੇ ਦਰਸ਼ਨਾਂ ਲਈ ਉਹ ਤੇ ਉਸਦੀ ਪਤਨੀ ਕਈਆਂ ਸਾਲਾਂ ਤੋਂ ਤਰਸਦੇ ਰਹੇ ਸਨ। ਜਿਊਣ ਸਿੰਘ
ਰੇਲਵੇ ਇੰਜਨ ਦਾ ਫਾਇਰਮੈਨ ਹੈ। ਰੇਲਵੇ ਮੁਲਾਜ਼ਮ ਹੋਣ ਕਰਕੇ ਭਾਵੇਂ ਉਸਨੂੰ ਆਉਣ ਜਾਣ ਦਾ ਪਾਸ ਮਿਲ ਸਕਦਾ ਸੀ, ਪਰ ਤਾਂ ਵੀ ਉਸਦੇ ਰਸਤੇ ਵਿੱਚ ਇੱਕ ਮੁਸ਼ਕਲ ਆ ਬਣੀ, ਜਿਸ ਲਈ ਉਸਦਾ ਅੰਮ੍ਰਿਤਸਰ ਜਾਣਾ ਪਿਛਾਂਹ ਪੈਂਦਾ ਗਿਆ। ਤੇ ਇਹ ਸੀ ਉਸਦੀ ਸੁਖਨਾ, ਜਿਹੜੀ ਉਸਨੇ ਸੁਖੀ ਹੋਈ ਸੀ, ਚੰਦੋਆ ਚੜ੍ਹਾਉਣ ਦੀ, ਜਿਸ ਉੱਤੇ ਘੱਟੋ ਘੱਟ 100-125 ਰੁਪਈਆ ਖਰਚ ਆਉਂਦਾ ਸੀ। ਉਸਦੇ ਘਰ ਉੱਪਰੋਂ ਥੱਲੀ 2 ਕੁੜੀਆਂ ਹੋਈਆਂ ਤੇ ਉਹ ਵੀ ਮਹੀਨੇ ਵਿੱਚ 32 ਦਿਨ ਬਿਮਾਰ ਰਹਿੰਦੀਆਂ। ਉੱਤੋਂ ਕਿਸੇ ਸਾਧੂ ਨੇ ਇਹ ਭਰਮ ਪਾ ਦਿੱਤਾ ਕਿ ਉਹਨਾਂ ਦੇ ਘਰ 5 ਕੁੜੀਆਂ ਹੋਰ ਆਉਣਗੀਆਂ। ਇਸ ਕੁੜੀਆਂ ਦੇ ਤੂਫਾਨੀ ਹੱਲੇ ਨੂੰ ਰੋਕਣ ਲਈ ਇੱਕ ਦਿਨ ਦੋਹਾਂ ਪਤੀ ਪਤਨੀ ਨੇ ਰਲ ਕੇ ਸੁਖਨਾ ਸੁਖੀ ਕਿ ਜੇ ਉਹਨਾਂ ਦੇ ਘਰ ਪੁੱਤਰ ਹੋ ਪਵੇ ਤਾਂ ਉਹ ਅੰਬਰਸਰ ਵਾਲੇ ਬਾਬੇ ਦੇ ਦਰਬਾਰ ਸੁੱਚਾ ਚੰਦੋਆ ਚੜਾਉਣਗੇ। ਗੁਰੂ ਬਾਬੇ ਨੇ ਨੇੜਿਓਂ ਹੋ ਕੇ ਸੁਣੀ ਤੇ ਆਉਂਦੇ ਸਾਲ ਉਹਨਾਂ ਨੇ ਜਿਉਣ ਸਿੰਘ ਨੂੰ ਪੁੱਤਰ ਬਖਸ਼ ਦਿੱਤਾ। ਤਨਖਾਹ ਉਸਦੀ, ਜੋ ਫਾਇਰਮੈਨ ਦੀ ਹੁੰਦੀ ਹੈ, ਕੁੱਲ 80 ਰੁਪਏ ਸੀ, ਜਿਸ ਨਾਲ ਮਸੇ ਮਰ ਕੇ 4-5 ਜੀਆਂ ਦਾ ਲੂਣ ਤੇਲ ਹੀ ਪੂਰਾ ਹੁੰਦਾ ਸੀ। ਲੂਣ ਤੇਲ ਪੂਰਾ ਹੋਣਾ ਮੁਸ਼ਕਿਲ ਨਾਲ ਉਹਨਾਂ ਦਾ ਗੁਜ਼ਾਰਾ ਹੁੰਦਾ ਸੀ। ਇੱਕ ਮਹੀਨੇ ਜੇ 5-7 ਬਚ ਜਾਂਦੇ ਤਾਂ ਦੂਜੇ ਮਹੀਨੇ ਅਚਾਨਕ ਹੀ ਕੋਈ ਐਸੀ ਤੌੜ ਆ ਬੰਦੀ ਕਿ 10-5 ਦਾ ਉਲਟ ਕੜ ਚੜ ਜਾਂਦਾ। 5-7 ਰੁਪਏ ਬਚ ਜਾਂਦੇ ਸਨ ਅਗਰ, ਤੇ ਉਹਨਾਂ ਨੂੰ ਅਗਲੇ ਮਹੀਨੇ ਕੁਛ ਇੱਦਾਂ ਦੀ ਮੁਸ਼ਕਿਲ ਆ ਜਾਂਦੀ ਸੀ ਕਿ ਉਹਨਾਂ ਦੇ ਉੱਪਰ ਹੋਰ ਵੀ ਕਰਜ਼ਾ ਚੜ ਜਾਂਦਾ। ਉਸ ਜਿਉਣ ਸਿੰਘ ਨੂੰ ਕਿਸੇ ਹੋਰ ਤੋਂ ਪੈਸੇ ਉਧਾਰ ਲੈ ਕੇ ਆਪਣੇ ਖਰਚੇ ਪੂਰੇ ਕਰਨੇ ਪੈਂਦੇ ਸਨ। ਪਰ ਸੁਖਨਾ ਨੂੰ ਤਾਂ ਨਹੀਂ ਸੀ ਟਾਲਿਆ ਜਾ ਸਕਦਾ। ਇਹ ਤਾਂ ਹਰ ਹੀਲੇ ਦੇਣੀ ਹੀ ਪੈਣੀ ਸੀ। ਜਦੋਂ ਪਿਛਲੇੜੇ ਮਹੀਨੇ ਬੱਚੇ ਨੂੰ ਕਾਕੜਾ ਲਾਕੜਾ ਨਿਕਲ ਪਿਆ ਤਾਂ ਦੋਹਾਂ ਦੀ ਖਾਨਿਓਂ ਗਈ, ਭਾਵੇਂ ਗੁਰੂ ਬਾਬੇ ਦੀ ਕਰੋਪੀ ਦਾ ਫਲ ਹੋਵੇ। ਕਾਕੜਾ ਲਾਕੜਾ ਕੀ ਹੁੰਦਾ ਹੈ? ਚਿਕਨ ਪੌਕਸ, ਜਿਵੇਂ ਸਰੀਰ ਦੇ ਉੱਪਰ ਦਾਣੇ ਦਾਣੇ ਨਿਕਲ ਆਉਣਾ, ਠੀਕ ਹੈ, ਉਸੇ ਤਰ੍ਹਾਂ ਦੀ ਹੀ ਇੱਕ ਪ੍ਰੋਬਲਮ ਅਸੀਂ ਕਾਕੜਾ ਲਾਕੜਾ ਪੰਜਾਬੀ ਵਿੱਚ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਦਿੱਤਾ ਹੋਇਆ ਇੱਕ ਖਾਨਿਓਂ ਗਈ ਕਿ ਉਹਨਾਂ ਦੇ ਇੱਕਦਮ ਦਿਮਾਗ ਵਿੱਚ ਆਇਆ ਕਿ ਸ਼ਾਇਦ ਉਹਨਾਂ ਨੇ ਆਪਣੀ ਜੋ ਸੁਖਨਾ ਹੈ ਉਹ ਪੂਰੀ ਨਹੀਂ ਕੀਤੀ ਹੋਈ, ਇਸ ਲਈ ਬਾਬੇ ਦੀ ਕੋਈ ਕਰੋਪੀ ਹੋਵੇ। ਕਰੋਪੀ ਦਾ ਕੀ ਅਰਥ ਹੈ ਕਿ ਉਹਨਾਂ ਦਾ ਬਾਬਾ ਜੀ ਉਹਨਾਂ ਨੂੰ ਅਹਿਸਾਸ ਦਿਲਾਉਣ ਦੇ ਲਈ ਕੁਛ ਉਹਨਾਂ ਨੂੰ ਮਤਲਬ ਕੁਛ ਇੱਦਾਂ ਦਿਖਾ ਰਹੇ ਹੋਣ, ਉਹਨਾਂ ਨੂੰ ਕੁਛ ਮੁਸ਼ਕਿਲ ਵਿੱਚ ਪਾ ਰਹੇ ਹੋਣ, ਪਰੰਤੂ ਅਜਿਹਾ ਹੁੰਦਾ ਨਹੀਂ ਹੈ। ਆਹ ਸਿਰਫ ਉਹਨਾਂ ਦੇ ਮਨ ਦੀ ਧਾਰਨਾ ਸੀ। ਦੋਹਾਂ ਨੇ ਅਰਜ਼ੋਈਆਂ ਕੀਤੀਆਂ, ਹੇ ਸੱਚੇ ਪਾਤਸ਼ਾਹ, ਜੇ ਮਿਹਰ ਕਰਕੇ ਦਿੱਤਾ ਹੀ ਤਾਂ ਹੁਣ ਇਸ ਦਾ ਧਾਗਾ ਲੰਮਾ ਕਰੀ। ਅਰਜ਼ੋਈਆਂ ਹੁੰਦਾ ਹੈ ਅਰਦਾਸਾਂ, ਧਾਗਾ ਲੰਮਾ ਕਰਨਾ ਕਿ ਇਸ ਦੀ ਲੰਬੀ ਉਮਰ ਹੋਵੇ। ਅਸੀਂ ਇਸ ਦੇ ਰਾਜੀ ਹੋਣ ਤੋਂ 40 ਦਿਨਾਂ ਦੇ ਅੰਦਰ ਅੰਦਰ ਤੇਰੇ ਦਰਬਾਰ ਚੰਦੋਆ ਚੜਾਵਾਂਗੇ। ਤੇ ਫਿਰ ਜਿਉਣ ਸਿੰਘ ਨੂੰ ਗੁਰੂ ਬਾਬੇ ਦੀ ਜ਼ਾਹਰਾ ਕਰਾਮਾਤ ਨਜ਼ਰ ਆਈ, ਜਦੋਂ ਉਸਦਾ ਕਾਕਾ ਅਠਵਾੜੀ ਦੇ ਅੰਦਰ ਅੰਦਰ ਨਵਾਂ ਨਰੋਆ ਹੋ ਗਿਆ। ਨਵਾਂ ਨਰੋਆ ਹੋਣਾ ਕਿ ਬਿਲਕੁਲ ਠੀਕ ਹੋ ਗਿਆ। ਖੁਸ਼ੀ ਤੇ ਸ਼ਰਧਾ ਨਾਲ ਦੋਹਾਂ ਪਤੀ ਪਤਨੀ ਦੀਆਂ ਰੂਹਾਂ ਬਾਗ-ਬਾਗ ਹੋ ਗਈਆਂ। ਰੂਹਾਂ ਬਾਗ-ਬਾਗ ਹੋਣਾ, ਉਹ ਦੋਨੋਂ ਖੁਸ਼ ਹੋ ਗਏ। ਪਰ ਅਗਲੇ ਸਵਾਲ ਨੇ ਉਹਨਾਂ ਦੀ ਖੁਸ਼ੀ ਨੂੰ ਕਿਰਕਰਾ ਕਰ ਦਿੱਤਾ। ਚੰਦੋਏ ਲਈ ਰੁਪਏ। ਨਿਰਾ ਰੁਪਇਆਂ ਦਾ ਹੀ ਸਵਾਲ ਨਹੀਂ ਸੀ, ਇੰਦੋਂ ਵੀ ਵੱਡਾ ਸਵਾਲ ਸੀ ਛੁੱਟੀ ਦਾ, ਕਿਉਂਕਿ ਉਸਦੀ ਛੁੱਟੀ ਕੋਈ ਡਿਊ ਨਹੀਂ ਸੀ। ਕਦੀ ਬੱਚਿਆਂ ਦੀ ਬਿਮਾਰੀ ਕਰਕੇ, ਕਦੇ ਰਿਸ਼ਤੇਦਾਰਾਂ ਦੇ ਮਰਨਿਆਂ ਪੜਨਿਆਂ ਤੇ ਜਾਣ ਲਈ, ਤੇ ਕਦੇ ਲਗਾਤਾਰ ਰਾਤ ਦੀ ਡਿਊਟੀ ਦੇ ਅਨਿੰਦੇ ਕੱਟ ਕੇ ਉਹ ਆਪ ਬਿਮਾਰ ਹੋ ਜਾਂਦਾ ਰਿਹਾ, ਜਿਸ ਕਰਕੇ ਇਹਨਾਂ ਹੀ ਖਾਤਿਆਂ ਵਿੱਚ ਉਸਦੀਆਂ ਸਾਰੀਆਂ ਛੁੱਟੀਆਂ ਲੇਖੇ ਲੱਗ ਗਈਆਂ ਸਨ। ਬੜੀ ਹਫੜਾ ਦਫੜੀ ਮਚੀ। ਉਸਨੇ ਹੱਦੋਂ ਬਾਹਲੀ ਨੱਠ ਭੱਜ ਕੀਤੀ। ਸ਼ੰਟਰ ਤੋਂ ਲੈ ਕੇ ਫੋਰਮੈਨ ਤੱਕ ਸਭ ਦੀਆਂ ਉਸ ਖੁਸ਼ਾਮਦਾਂ ਕੀਤੀਆਂ ਕਿ ਕਿਵੇਂ ਉਸਦੀ ਬਹੁਤੀ ਨਹੀਂ ਤਾਂ 1 ਹਫ਼ਤੇ ਦੀ ਛੁੱਟੀ ਉਹਨੂੰ ਮਿਲ ਹੀ ਜਾਵੇ। ਤਾਂ ਮਸਾਂ ਕਿਤੇ ਜਾ ਕੇ ਉਸਨੂੰ 5 ਦਿਨਾਂ ਦੀ ਛੁੱਟੀ ਮਿਲੀ। ਹੁਣ ਬਾਕੀ ਸਵਾਲ ਰਹਿ ਗਿਆ ਸੀ ਰੁਪਇਆਂ ਦਾ। ਰੇਲ ਦਾ ਪਾਸ ਭਾਵੇਂ ਸਰਕਾਰੀ ਸੀ, ਪਰ ਖਰਚ ਲਈ ਚੰਦੋਏ ਦੀ ਰਕਮ ਪਾ ਕੇ ਘੱਟੋ ਘੱਟ 150 ਲੋੜੀਂਦਾ ਸੀ। ਚਲੋ ਰਤੀ ਮਸਾ ਚੰਦੋਏ ਦੇ ਕੱਪੜੇ ਵਿੱਚ ਕਿਰਸ ਕਰ ਲਈ ਜਾਏਗੀ ਤਾਂ ਉਤਲੇ ਖਰਚ ਦਾ ਭਾਂਗਾ ਮਾਮੇ ਦੇ ਘਰ ਜਾ ਟਿਕਣ ਕਰਕੇ ਨਿਕਲ ਜਾਏਗਾ। ਫਿਰ ਵੀ 100 ਰੁਪਏ ਦਾ ਇੰਤਜ਼ਾਮ ਤਾਂ ਕਰਨਾ ਹੀ ਹੋਵੇਗਾ। ਤੇ ਇਸ ਰਕਮ ਲਈ ਜਿਉਣ ਸਿੰਘ ਨੇ ਕੋਈ ਹੀਲਾ ਬਾਕੀ ਨਾ ਛੱਡਿਆ। ਉਸਦੇ ਬਾਕੀ ਸਾਥੀ ਮਜ਼ਦੂਰ ਵੀ ਵਿਚਾਰੇ ਉਸ ਵਰਗੇ ਨੰਗ ਸਨ। ਨੰਗ ਦਾ ਅਰਥ ਦਿੱਤਾ ਹੋਇਆ ਹੈ ਕਿ ਉਹ ਵੀ ਗਰੀਬ ਸਨ, ਉਹਨਾਂ ਕੋਲ ਵੀ ਬਹੁਤ ਜ਼ਿਆਦਾ ਪੈਸੇ ਨਹੀਂ ਸਨ, ਉਹ ਵੀ ਆਪਣਾ ਗੁਜ਼ਾਰਾ ਮਸਾਂ ਕਰਦੇ ਸਨ। ਫਿਰ ਵੀ ਜਿੰਨਾ ਕਿਸੇ ਤੋਂ ਸਰਿਆ ਉਹਨਾਂ ਨੇ ਉਸਨੂੰ ਦਿੱਤਾ, ਤਾਂ ਕਿਤੇ ਮਸੇ 50 ਰੁਪਏ ਉਸ ਪਾਸ ਜੁੜੇ।
ਅੰਮ੍ਰਿਤਸਰ ਦੀ ਯਾਤਰਾ ਨੂੰ ਤਾਂ ਲਮਕਾਇਆ ਨਹੀਂ ਸੀ ਜਾ ਸਕਦਾ, ਜਦਕਿ ਕਾਕੇ ਨੂੰ ਰਾਜੀ ਹੋਇਆਂ ਮਹੀਨੇ ਤੋਂ ਜ਼ਿਆਦਾ ਹੋ ਗਿਆ ਸੀ। ਰਾਜੀ ਮਤਲਬ ਠੀਕ ਹੋਇਆਂ। ਜੇ 40ਵਾਂ ਦਿਨ ਟੱਪ ਗਿਆ ਤਾਂ ਨਾ ਜਾਣੀਏ ਗੁਰੂ ਬਾਬੇ ਦੇ ਦਰ ਤੋਂ ਬੇਮੁਖ ਹੋ ਕੇ ਕਿਹੜੇ ਕਸ਼ਟਾਂ ਦਾ ਮੂੰਹ ਦੇਖਣਾ ਪੈ ਜਾਵੇ। ਇਹ ਜਿਉਣ ਸਿੰਘ ਤੇ ਉਸਦੀ ਪਤਨੀ ਇੰਦਰ ਕੌਰ ਦੇ ਮਨ ਦੇ ਵਿਚਾਰ ਸੀ। ਅਖੀਰ ਜਦੋਂ ਹੋਰ ਪੈਸਿਆਂ ਲਈ ਕੋਈ ਰਾਹ ਨਾ ਸੁੱਝਿਆ ਤਾਂ ਜਿਉਣ ਸਿੰਘ ਨੇ ਸਲਾਹ ਕੀਤੀ, ਅੰਮ੍ਰਿਤਸਰ ਵਾਲੇ ਮਾਮਾ ਜੀ ਕਿਹੜੇ ਮਰਜ਼ ਦੀ ਦੁਆ ਨੇ ਕਿ ਇੱਕ ਲੱਖਾਂਪਤੀ ਆਦਮੀ ਉਹਨਾਂ ਦੀ ਇੰਨੀ ਮਦਦ ਵੀ ਨਾ ਕਰੇਗਾ। ਤੇ ਇਸ ਹੌਸਲੇ ਤੇ ਇਹ ਜੋੜਾ ਆਪਣੇ ਬਾਲ ਬੱਚੇ ਨੂੰ ਲੈ ਕੇ ਅੰਮ੍ਰਿਤਸਰ ਦੀ ਯਾਤਰਾ ਲਈ ਗੱਡੀ ਤੇ ਸਵਾਰ ਹੋਇਆ। ਅੱਖਾਂ ਖੁੱਲਣ ਤੇ ਜਿਉਣ ਸਿੰਘ ਨੇ ਤੱਕਿਆ। ਇੰਦਰ ਕੌਰ ਬਟੂਏ ਚੋਂ ਨੋਟ ਕੱਢ ਕੇ ਗਿਣ ਰਹੀ ਸੀ। ਕੀ ਘੜੀ ਮੁੜੀ ਫੋਲਣ ਬਹਿ ਜਾਨੀ ਹੈ ਬਟੂਏ ਨੂੰ? ਜਿਉਣ ਸਿੰਘ ਨੇ ਮਿੱਠਾ ਜਿਹਾ ਰੋਸ ਪ੍ਰਗਟ ਕੀਤਾ। ਕਿਤੇ ਵੱਧ ਜਾਣੇ ਨੇ ਘੜੀ ਮੁੜੀ ਗਿਣਨ ਨਾਲ? ਵੱਧ ਤਾਂ ਨਹੀਂ ਜਾਣੇ, ਇੰਦਰ ਕੌਰ ਥੋੜੀ ਜਿਹੀ ਬੇਵਸੀ ਤੇ ਕੁਝ ਸ਼ਰਮਿੰਦਗੀ ਭਾਵ ਵਿੱਚ ਬੋਲੀ। ਪਰ ਮੈਨੂੰ ਤੇ ਇਹੋ ਤੁੜਕੂ ਲੱਗਾ ਹੋਇਆ ਏ ਵੀ ਜੇ ਮਾਮੇ ਹੁੜਾਂ ਕੋਲੋਂ ਨਾ ਮਿਲੇ ਫੇਰ ਕੀ ਬਣੇਗਾ। ਤੁੜਕੂ ਲੱਗਣਾ, ਚਿੰਤਾ ਲੱਗਣੀ, ਪਰੇਸ਼ਾਨੀ ਹੋਣੀ। ਸੱਚ ਕਿਸੇ ਕਿਹਾ, ਜਿਉਣ ਸਿੰਘ ਫਖਰੀ ਲਹਿਜੇ ਵਿੱਚ ਬੋਲਿਆ। ਜਨਾਨੀਆਂ ਦੀ ਖੁੜੀ ਪਿੱਛੇ ਮੱਤ ਹੁੰਦੀ ਏ। 50 ਵੇਰੀ ਸਮਝਾਇਆ ਤੈਨੂੰ ਪਈ, ਤੂੰ ਫਿਕਰ ਨਾ ਕਰ। ਮਾਮੇ ਹੁੜਾਂ ਨੂੰ ਅਸੀਂ ਕੋਈ ਦੁਆਪੜੇ ਆ? ਨਾਲੇ ਕਿੱਥੇ ਕਿਹੜੀ ਗਿਣਤੀ ਏ 20-50 ਦੀ। ਗੁਰੂ ਦੀ ਮਿਹਰ ਨਾਲ ਅੰਦਰ ਬਾਹਰ ਪੜਿਆ ਛਲਕਦੇ ਨੇ। ਤੂੰ ਵੇਖੀ ਤਾਂ ਸਹੀ ਇੱਕ ਵਾਰੀ। ਮਾਮੀ ਮੇਰੀ ਵੀ ਸੁਭਾਅ ਦੀ ਅਸਲੋਂ ਮਾੜੀ ਨਹੀਂ, ਅੜਤਾ ਸੁਮਨੀ ਹੈ ਸਹੀ, ਪਰ ਸਾਡੇ ਨਾਲ ਥੋੜਾ ਹੀ ਸੋਮਪੁਣਾ ਕਰਨਾ ਸੋ। ਪਹਿਲ ਪਲਾਹੀ ਸੁੱਖ ਕਾਕਾ ਉਹਨਾਂ ਦੇ ਘਰ ਚੱਲਿਆ। ਅਲ ਬਹੁਤੇ ਨਹੀਂ ਤਾਂ 10-5 ਤਾਂ ਇਸ ਦੀ ਤਲੀ ਤੇ ਵੀ ਧਰਨ ਗਈ। ਕੁਝ ਨਾ ਕੁਝ ਤੈਨੂੰ ਵੀ ਲੀੜਾ ਲੱਤਾ ਦੇਵੇਗੀ। ਦੋਹਤਿਓ ਨੂੰ ਦਾ ਮਾਣ ਨਾ ਰੱਖਣਗੇ। ਨਾਲੇ ਕੁੜੀਆਂ ਨੇ ਕਿਹੜਾ ਰੋਜ਼ ਉਹਨਾਂ ਦੇ ਘਰ ਜਾਣਾ। ਉਂਝ ਵੀ ਜਦੋਂ ਮਾਮੇ ਹੁੜਾਂ ਨੂੰ ਸੁਖਨਾ ਦੀ ਗੱਲ ਦੱਸੀ, ਉਹਨਾਂ ਠਹਿ ਦੇ ਕੇ ਅਬਲ ਤੇ ਚੰਦੋਏ ਜੋਗੀ ਸਾਰੀ ਨਹੀਂ ਤੇ ਅੱਧੀ ਪੌਣੀ ਰਕਮ ਜ਼ਰੂਰ ਬਰ ਜ਼ਰੂਰ ਦੇ ਦੇਣੀ ਹੈ। ਪਤੀ ਦੀਆਂ ਗੱਲਾਂ ਸੁਣ ਕੇ ਇੰਦਰ ਕੌਰ ਦਾ ਡਿੱਗਦਾ ਉਤਸ਼ਾਹ ਇੱਕ ਵਾਰੀ ਫੇਰ ਕਾਇਮ ਹੋ ਗਿਆ। ਅੱਛਾ ਗੱਲ ਕਰੀ। ਜਿਵੇਂ ਮਾਸਟਰ ਆਪਣੇ ਵਿਦਿਆਰਥੀ ਨੂੰ ਇਮਤਿਹਾਨ ਤੇ ਜਾਣ ਤੋਂ ਪਹਿਲਾਂ ਸਮਝਾਉਂਦਾ ਹੈ, ਜਿਉਣ ਸਿੰਘ ਨੇ ਸਮਝਾਉਣਾ ਸ਼ੁਰੂ ਕਰ ਦਿੱਤਾ। ਜਿਹੜਾ ਕੂਣ ਸਹਿਣ ਲੱਗੀ ਤਜ਼ੀਬ ਦਾ ਖਿਆਲ ਰੱਖੀ। ਵੱਡੇ ਆਦਮੀ ਹੋਏ, ਇਹ ਨਾ ਦਿਲ ਵੀ ਸੋਚਣ ਵੀ ਕਿਹੋ ਜਿਹੇ ਗਵਾਰਾਂ ਨਾਲ ਉਹਨਾਂ ਦੀ ਸਾਕਾਕਾਰੀ ਏ। ਕੂਣ ਸਹਿਣ ਤੋਂ ਮਤਲਬ ਇਹਦੇ ਵਿੱਚ ਕੀ ਹੈ? ਬੋਲਣ ਲੱਗਿਆ ਤਜ਼ੀਬ। ਠੀਕ ਹੈ, ਬੋਲਣ ਲੱਗਿਆ ਉਹ ਸੰਸਕਾਰਾਂ ਦਾ ਧਿਆਨ ਰੱਖੇ, ਕਿਉਂਕਿ ਉਹ ਵੱਡੇ ਆਦਮੀ ਹਨ। ਕਿਤੇ ਉਹ ਨਾ ਸੋਚਣ ਗਵਾਰਾ ਮਤਲਬ ਅਨਪੜ੍ਹਾਂ ਨਾਲ। ਸਾਕਾਕਾਰੀ ਦਾ ਅਰਥ ਕੀ ਹੁੰਦਾ ਹੈ? ਰਿਸ਼ਤੇਦਾਰੀ ਹੈ। ਲੈ, ਇੰਦਰ ਕੌਰ ਆਪਣੀ ਲਿਆਕਤ ਤੇ ਮਾਨ ਵਿੱਚ ਬੋਲੀ। ਮੁੰਨੀ ਦਾ ਬਾਪੂ, ਤੂੰ ਮੈਨੂੰ ਉੱਕਾ ਹੀ ਗਈ ਬੀਤੀ ਸਮਝ ਛੱਡਿਆ। ਜੰਮੀ ਭਾਵੇਂ ਪਿੰਡ ਵਿੱਚ ਆ, ਪਰ ਅੱਖਾਂ ਤੇ ਸ਼ਹਿਰ ਵਿੱਚ ਖੋਲੀਆਂ ਨੇ। ਮਾਮੀ ਇੱਕ ਵਾਰੀ ਅਸ਼ ਨਾ ਕਰ ਉੱਠੀ ਤਾਂ ਆਖੀ। ਸ਼ਾਬਾਸ਼ੇ ਕਹਿ ਕੇ ਮੁਸਕਰਾਉਂਦਿਆਂ ਹੋਇਆਂ ਜਿਉਣ ਸਿੰਘ ਨੇ ਦਾਤ ਦਿੱਤੀ। ਉਸਦੀ ਸਲਾਹ ਤਾਂ ਇੱਕ ਅੱਧ ਥਾਪੀ ਦੇਣ ਦੀ ਹੋਈ, ਪਰ ਲਾਗੇ ਬੈਠੀਆਂ ਸਵਾਰੀਆਂ ਦੇ ਲਿਹਾਜ਼ੋਂ ਉਹ ਇੰਨਾ ਨਾ ਕਰ ਸਕਿਆ। ਇੱਕ ਸੰਖੇਪ ਜਿਹੇ ਪ੍ਰਸ਼ਨ ਉੱਤਰ ਨੇ ਦੋਹਾਂ ਦੇ ਦਿਲਾਂ ਨੂੰ ਖੁਸ਼ੀ ਨਾਲ ਛਲਕਾ ਦਿੱਤਾ। ਭਵਿੱਖ ਦੇ ਸੁਨਹਿਰੀ ਨਕਸ਼ਿਆਂ ਨੇ ਉਹਨਾਂ ਦੀਆਂ ਅੱਖਾਂ ਵਿੱਚ ਨਸ਼ਾ ਜਿਹਾ ਭਰ ਦਿੱਤਾ। ਇਸੇ ਨਸ਼ੇ ਦੀ ਮਸਤੀ ਵਿੱਚ ਉਹ ਦੋਵੇਂ ਕਿੰਨਾ ਚਿਰ ਗੱਲਾਂ ਕਰਦੇ ਰਹੇ, ਜਿਨ੍ਹਾਂ ਦਾ ਵਿਸ਼ਾ ਸੀ ਜਾਂ ਬਾਬੇ ਦਾ ਦਰਬਾਰ ਤੇ ਜਾਂ ਅੰਮ੍ਰਿਤਸਰ ਦੀਆਂ ਸੁਗਾਤਾਂ, ਪਾਪੜ ਵੜੀਆਂ ਤੋਂ ਲੈ ਕੇ ਮੁਰਾਦਾਬਾਦੀ ਭਾਂਡਿਆਂ ਤੱਕ। ਤੇ ਇਸ ਵਿਚਾਲੇ ਜਦੋਂ ਵੀ ਪੈਸਿਆਂ ਦਾ ਸਵਾਲ ਆਉਂਦਾ, ਪਤੀ ਦੀ ਇੱਕੋ ਦਲੀਲ ਨਾਲ ਪਤਨੀ ਦੀ ਤਸੱਲੀ ਹੋ ਜਾਂਦੀ, ਮਾਮਾ ਜੋ ਹੈ ਉੱਥੇ। ਗੱਲਾਂ ਕਰਦਿਆਂ ਕਰਦਿਆਂ ਜਿਉਣ ਸਿੰਘ ਨੂੰ ਫੇਰ ਊਂਘ ਆ ਗਈ। ਅਸਲ ਵਿੱਚ ਉਹ ਜਨਮਾਂ ਜਨਮਾਂਤਰਾਂ ਤੋਂ ਨੀਂਦਰ ਦਾ ਭੁੱਖਾ ਹੈ, ਜਿਸ ਕਰਕੇ ਉਸਦੀ ਨੀਂਦਰ ਭੁੱਖ ਕਿਸੇ ਵੇਲੇ ਵੀ ਉਸਦਾ ਪਿੱਛਾ ਨਹੀਂ ਛੱਡਦੀ। ਸਾਰੀ ਰਾਤ ਕੋਲਿਆਂ ਨਾਲ ਘੁਲਦਾ ਜਦ ਉਹ ਨੀਂਦਰ ਦਾ ਭਾਂਗਾ ਪੂਰਾ ਕਰਨ ਲਈ ਕੁਆਟਰ ਤੀਕ ਪਹੁੰਚਦਾ ਹੈ ਤਾਂ ਬੂਹੇ ਵੜਦਿਆਂ ਹੀ ਗ੍ਰਹਿਸਤ ਦੀਆਂ ਜ਼ਿੰਮੇਦਾਰੀਆਂ ਉਸਦੀਆਂ ਅੱਖਾਂ ਵਿੱਚੋਂ ਨੀਂਦਰ ਨੂੰ ਸਿਸਕਾਰ ਦਿੰਦੀਆਂ। ਫਿਰ ਵੀ ਜੇ ਭੁੱਲ ਭੁਲੇਖੇ ਮੰਜੇ ਜਾ ਲੇਟੇ ਤਾਂ ਬਾਜ਼ਾਰ ਦਾ ਸੌਦਾ ਪੱਤਾ, ਬਿਮਾਰੀਆਂ ਲਈ ਦਵਾ ਦਾਰੂ, ਫੋਰਮੈਨ ਜਾਂ ਕਿਸੇ ਹੋਰ ਰੇਲਵੇ ਅਫਸਰ ਦੀਆਂ ਵਗਾਰਾਂ ਉਸਨੂੰ ਟਿਕਣ ਨਹੀਂ ਦਿੰਦੀਆਂ, ਜਿਸ ਕਰਕੇ ਉਸਨੂੰ ਸੱਦਰ ਜਿਹੀ ਪੈ ਗਈ ਹੈ ਕਿ ਕਦੇ ਕੋਈ ਵਕਤ ਆਵੇਗਾ ਜਦੋਂ ਉਹ ਰੱਜ ਕੇ ਸੌਂ ਸਕੇਗਾ।
ਅੰਮ੍ਰਿਤਸਰ ਜਾਣ ਬਾਰੇ ਉਸਨੇ ਜਦ ਕਦੇ ਵੀ ਸੋਚ ਵਿਚਾਰ ਕੀਤੀ, ਗੁਰੂ ਬਾਬੇ ਦੀ ਸੁਖਨਾ ਦੇ ਨਾਲ ਨਾਲ ਇਹ ਖਿਆਲ ਵੀ ਬਰਾਬਰ ਉਸਨੂੰ ਆਉਂਦਾ ਰਿਹਾ ਕਿ ਛੁੱਟੀਆਂ ਦੇ ਦਿਨੀ ਉਹ ਰੱਜ ਰੱਜ ਕੇ ਸੌਵੇਗਾ। ਫਿਰ ਸੌਵੇਗਾ ਵੀ ਮਾਮੇ ਦੀ ਮਹਲ ਵਰਗੀ ਕੋਠੀ ਵਿੱਚ, ਖੂਬ ਗੁੱਦਾਦਾਰ ਬਿਸਤਰਾਂ ਤੇ, ਨਿੱਘਾ ਨਿੱਘਾ ਕਮਰਾ, ਜਿੱਥੇ ਨਾ ਕਿਸੇ ਅਫਸਰ ਦੀ ਵਿਗਾੜ ਦਾ ਕੋਈ ਫਿਕਰ ਹੋਵੇਗਾ ਉਸਨੂੰ, ਤੇ ਨਾ ਹੀ ਘਰੋਗੀ ਝੰਜਟਾਂ ਨਾਲ ਵਾਸਤਾ। ਘਰੋਗੀ ਮਤਲਬ ਉਸਦੀਆਂ ਜੋ ਘਰ ਦੀਆਂ ਪਰੇਸ਼ਾਨੀਆਂ ਸਨ, ਝੰਜਟ ਘਰ ਦੀਆਂ ਉਸਦੀਆਂ ਜੋ ਪਰੇਸ਼ਾਨੀਆਂ ਸਨ, ਉਸਦਾ ਵੀ ਕੋਈ ਵੀ ਵਾਸਤਾ ਨਹੀਂ ਹੋਏਗਾ, ਉਸਨੂੰ ਕੋਈ ਵੀ ਫਿਕਰ ਨਹੀਂ ਹੋਏਗੀ। ਉਹ ਕੁਝ ਦੇਰ ਦੇ ਲਈ ਆਰਾਮ ਨਾਲ ਸੋਏਗਾ ਬਿਨਾਂ ਕਿਸੇ ਫਿਕਰ ਤੋਂ। ਇਸੇ ਵੇਲੇ ਗੱਡੀ ਵਿੱਚ ਬੈਠਿਆਂ ਵੀ ਉਹੀ ਜਨਮਾਂ ਜਨਮਾਂਤਰਾਂ ਦੀ ਨੀਂਦਰ ਦਾ ਗਲਬਾ ਉਸ ਉੱਤੇ ਛਾਇਆ ਹੋਇਆ ਸੀ। ਉਹ ਉਂਘ ਰਿਹਾ ਸੀ। ਇਹ ਉਂਘ ਜਾਂ ਨੀਂਦ ਜੋ ਕੁਝ ਵੀ ਸੀ, ਜਿਉਣ ਸਿੰਘ ਲਈ ਇਤਨੀ ਮਿੱਠੀ ਸੀ, ਜਦਕਿ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਗੁਰੂ ਦੇ ਦਰਬਾਰ ਵਿੱਚ ਮੌਜੂਦ ਸੀ। ਆਪਣੀ ਪਤਨੀ ਤੇ ਬੱਚਿਆਂ ਸਮੇਤ ਉਹ ਇੱਕ ਝਮ-ਝਮ ਕਰਦਾ ਚੰਦੋਆ ਬਾਬੇ ਦੀ ਭੇਂਟ ਕਰ ਰਿਹਾ ਸੀ, ਤੇ ਗੁਰੂ ਬਾਬਾ ਉਸਦੀ ਸ਼ਰਧਾ ਭਗਤੀ ਉੱਤੇ ਨਿਹਾਲ ਹੋ ਕੇ ਉਸਨੂੰ 7 ਪੁੱਤਰਾਂ ਦਾ ਵਰਦਾਨ ਬਖਸ਼ ਰਿਹਾ ਸੀ। ਅਚਿੰਤੇ ਹੀ ਸੰਸਕਾਰਾਂ ਦੀ ਤੱਤੀ ਸਾੜਵੀਂ ਹਵਾ ਦਾ ਇੱਕ ਬੁੱਲਾ ਕਿਤੋਂ ਆਇਆ, ਜਿਸਨੇ ਜਿਉਣ ਸਿੰਘ ਨੂੰ ਬਾਬੇ ਦੇ ਦਰਬਾਰ ਚੋਂ ਉਡਾ ਕੇ ਇੱਕ ਕਾਲੇ ਕਲੂਟੇ ਰੇਲਵੇ ਇੰਜਨ ਬਾਈ ਲੱਗੇ ਜਾ ਖਿਲਾਰਿਆ। ਉਸ ਦੇ ਇੱਕ ਹੱਥ ਵਿੱਚ ਕੋਲੇ ਸੁੱਟਣ ਵਾਲਾ ਬੇਲਚਾ ਤੇ ਦੂਜੇ ਹੱਥ ਵਿੱਚ ਕੋਲੇ ਠਕੋਰਨ ਵਾਲਾ ਹੁੱਕ ਸੀ, ਤੇ ਉਹ ਸਿਰ ਤੋਂ ਪੈਰਾਂ ਤੱਕ ਕਾਲਾ ਭੂਤ ਬਣਿਆ ਹੋਇਆ ਸੀ। ਦਬਾ-ਦਬ ਫਾਇਰ ਬਾਕਸ ਵਿੱਚ ਕੋਲਾ ਸੁੱਟੀ ਜਾ ਰਿਹਾ ਸੀ। ਡਿਊਟੀ ਤੇ ਹੁੰਦਿਆਂ ਕੋਲਾ ਸੁੱਟਦਿਆਂ ਜਦ ਕਦੇ ਅਚਾਨਕ ਹੀ ਉਸਦੀ ਅੱਖ ਲੱਗ ਜਾਂਦੀ ਤਾਂ ਸ਼ੰਟਰ ਤੇ ਡਰਾਈਵਰ ਦੀਆਂ ਦਿਲ ਸਾੜਵੀਆਂ ਗਾਲਾਂ ਉਸਦੇ ਅੱਗ ਨਾਲ ਤਪੇ ਹੋਏ ਸਰੀਰ ਨੂੰ ਹੋਰ ਵੀ ਤਪਾ ਦਿੰਦੀਆਂ ਸਨ, ਤੇ ਫਿਰ ਉਸਦੀਆਂ ਅੱਖਾਂ ਦੀ ਰੜਕ ਰਹੀ ਨੀਂਦਰ ਵਿੱਚ ਜ਼ਹਿਰ ਘੁਲ ਜਾਂਦਾ ਸੀ। ਗਾਲਾਂ ਨਿੜੀਆਂ ਉਸਦੇ ਸਰੀਰ ਤੇ ਮਨ ਨੂੰ ਤਪਾਉਣ ਦਾ ਹੀ ਕਾਰਨ ਨਹੀਂ ਸਨ, ਉਸਦੇ ਗ੍ਰੇਡ ਲਈ ਵੀ ਹਮੇਸ਼ਾ ਬ੍ਰੇਕ ਦਾ ਕੰਮ ਕਰਦੀਆਂ ਸਨ। 8 ਸਾਲਾਂ ਤੋਂ ਜਦ ਤੋਂ ਉਹ ਫਾਇਰਮੈਨ ਭਰਤੀ ਹੋਇਆ ਹੈ, ਇਹ ਨਾਮੁਰਾਦ ਸੀ ਗ੍ਰੇਡ ਜਿਵੇਂ ਜਿੰਨ ਬਣ ਕੇ ਉਸਨੂੰ ਚਿੰਬੜ ਗਿਆ ਹੋਵੇ। ਦੂਸਰੇ ਮੁਲਾਜ਼ਮਾਂ ਨੇ ਓਪਰਿਆਂ ਨੂੰ ਨਿਆਜ਼ਾਂ ਚੜ੍ਹਾ ਕੇ ਜਿੱਥੇ ਉਹਨਾਂ ਦੀਆਂ ਗਾਲਾਂ ਝਿੜਕਾਂ ਨੂੰ ਸ਼ੁਭ ਇਸ਼ਾਵਾਂ ਵਿੱਚ ਬਦਲ ਦਿੱਤਾ ਸੀ, ਉੱਥੇ ਉਹਨਾਂ ਦੇ ਗ੍ਰੇਡ ਵੀ ਬਦਲ ਗਏ ਸਨ। ਉੱਪਰਲਿਆਂ ਨੂੰ ਨਜ਼ਰਾਂ ਜਾਂ ਨਿਆਜ਼ਾਂ ਦੇਣੀਆਂ ਦਾ ਕੀ ਮਤਲਬ ਹੁੰਦਾ ਹੈ? ਉਹਨਾਂ ਦੀ ਤਾਰੀਫ ਕਰਕੇ ਕਹਿ ਲਓ, ਜਾਂ ਫਿਰ ਉਹਨਾਂ ਨੂੰ ਕੁਛ ਨਾ ਕੁਛ ਭੇਂਟ ਕਰਕੇ, ਕੁਛ ਤੋਹਫੇ ਦੇ ਕੇ, ਠੀਕ ਹੈ, ਕੁਛ ਰਿਸ਼ਵਤ ਦੇ ਕੇ ਉਹਨਾਂ ਨੇ ਆਪਣੀ ਜੋ ਗ੍ਰੇਡ ਸੀ ਉਹਨਾਂ ਨੇ ਉੱਚਾ ਕਰ ਲਿਆ ਸੀ। ਪਰ ਜਿਉਣ ਸਿੰਘ ਕਿਉਂਕਿ ਚਾਪਲੂਸੀ ਦੀ ਥਾਂ ਇਮਾਨਦਾਰੀ ਨੂੰ ਜੱਫਾ ਮਾਰੀ ਬੈਠਾ ਸੀ। ਜੱਫਾ ਮਾਰੀ ਬੈਠਾ ਕਿ ਉਹ ਅੱਜ ਵੀ ਇਮਾਨਦਾਰੀ ਤੇ ਹੀ ਚੱਲਦਾ ਸੀ, ਉਹ ਕਿਸੇ ਦੀ ਚਾਪਲੂਸੀ ਨਹੀਂ ਕਰਦਾ ਸੀ, ਜਿਸ ਲਈ ਅੱਜ ਤੱਕ ਨਾ ਤਾਂ ਉਸਦੇ ਗ੍ਰੇਡ ਵਿੱਚ ਕੋਈ ਅਦਲਾ ਬਦਲੀ ਹੋਈ ਤੇ ਨਾ ਹੀ ਉੱਪਰਲਿਆਂ ਦੀਆਂ ਗਾਲਾਂ ਸ਼ੁਭ ਇਸ਼ਾਵਾਂ ਵਿੱਚ ਤਬਦੀਲ ਹੋਈਆਂ। ਨੀਂਦਰ ਦੇ ਝੂਟਿਆਂ ਵਿੱਚ ਇਸੇ ਹੀ 2 ਕਿਸਮ ਦੀ ਦੁਨੀਆ, ਕਦੇ ਬਾਬੇ ਦੇ ਦਰਬਾਰ, ਕਦੇ ਬਾਇਲਰ ਦੇ ਅੱਗੇ ਵਾਰੋ ਵਾਰੀ ਮੌਜੂਦ ਹੁੰਦਿਆਂ ਜਿਉਣ ਸਿੰਘ ਦਾ ਰੇਲ ਦਾ ਸਫ਼ਰ ਮੁੱਕਿਆ, ਤੇ ਜਦ ਅੰਮ੍ਰਿਤਸਰ ਦੀ ਹੱਦ ਵਿੱਚ ਗੱਡੀ ਦਾਖਲ ਹੋਈ ਤਾਂ ਉਸਨੂੰ ਅਨੁਭਵ ਹੋ ਰਿਹਾ ਸੀ ਜਿਵੇਂ ਇਹ ਉਹੀ ਗੱਡੀ ਜਿਹੜੀ ਲਗਾਤਾਰ 8 ਸਾਲਾਂ ਤੋਂ ਦਿੱਲੀ ਤੇ ਬਠਿੰਡੇ ਦੇ ਵਿਚਾਲੇ ਉਸਨੂੰ ਮੌਤ ਵਰਗੀਆਂ ਭੁਆਂਟਣੀਆਂ ਦਿੰਦੀ ਰਹੀ ਸੀ, ਅੱਜ ਕੋਈ ਅਰਸ਼ਾਂ ਪਰੀ ਬਣੀ ਆਪਣੇ ਨਾਜ਼ੁਕ ਖੰਭਾਂ ਤੇ ਸਵਾਰ ਕਰਕੇ ਉਸਨੂੰ ਮਹਾਸਵਰਗ ਵੱਲ ਲਿਜਾ ਰਹੀ ਹੋਵੇ। ਟਾਂਗਾ ਸਰਦਾਰ ਗੋਪਾਲ ਸਿੰਘ ਦੀ ਕੋਠੀ ਅੱਗੇ ਰੁਕਿਆ ਤੇ ਜਿਉਣ ਸਿੰਘ ਦਾ ਪਰਿਵਾਰ ਉੱਤਰ ਕੇ ਫਾਟਕ ਵਿੱਚ ਦਾਖਲ ਹੋਇਆ। ਇੰਦਰ ਕੌਰ ਨੇ ਸੱਜੇ ਪਾਸੇ ਕਾਕੇ ਨੂੰ ਚੁੱਕਿਆ ਹੋਇਆ ਸੀ ਤੇ ਖੱਬੇ ਹੱਥ ਵਿੱਚ ਕੱਪੜਿਆਂ ਦਾ ਥੈਲਾ ਵੱਡੀ ਕੁੜੀ ਨੇ ਛੋਟੀ ਕੁੜੀ ਨੂੰ ਉਂਗਲ ਨਾਲ ਲਾਇਆ ਹੋਇਆ ਸੀ। ਨਾਲੇ ਰੋਟੀਆਂ ਵਾਲਾ ਡੱਬਾ ਹੱਥ ਵਿੱਚ ਲਮਕਾਈ ਆ ਰਹੀ ਸੀ। ਜਿਉਣ ਸਿੰਘ ਨਿੱਕੀ ਜਿਹੀ ਟਰੰਕੀ ਚੁੱਕੀ ਸਭਨਾਂ ਤੋਂ ਅੱਗੇ ਸੀ ਤੇ ਨਾਲੋਂ ਨਾਲ ਕੋਠੀ ਦੀ ਸ਼ਾਨਦਾਰ ਇਮਾਰਤ, ਬਗੀਚੀ ਤੇ ਹੋਰ ਨਿੱਕੜ ਸੁੱਕੜ ਵੱਲ ਤਕਾ ਕੇ ਇੰਦਰ ਕੌਰ ਨੂੰ ਬੜੇ ਫਖਰ ਨਾਲ ਮਾਮਾ ਜੀ ਦੇ ਐਸ਼ਵਰੇ ਦੀਆਂ ਗੱਲਾਂ ਸੁਣਾ ਜਾ ਰਿਹਾ ਸੀ। ਇੰਦਰ ਕੌਰ, ਜਿਸਨੇ ਗਰੀਬੀ ਦੀ ਚੱਕੀ ਝੋਂਦਿਆਂ ਹੀ ਆਪਣੀ ਸਾਰੀ ਉਮਰ ਗੁਜ਼ਾਰੀ ਸੀ, ਆਪਣੇ ਪਤੀ ਦੇ ਭਾਗਾਂ ਨੂੰ ਸਲਾਹ ਰਹੀ ਸੀ, ਜਿਸ ਦੀ ਏਡੇ ਆਦਮੀ ਨਾਲ ਰਿਸ਼ਤੇਦਾਰੀ ਸੀ। ਉਹ ਮਨ ਹੀ ਮਨ ਬਹੁਤ ਖੁਸ਼ ਹੋ ਰਹੀ ਸੀ ਕਿ ਉਸਦੇ ਪਤੀ ਦੀ ਕਿੰਨੇ ਵੱਡੇ ਇਨਸਾਨ ਦੇ ਨਾਲ, ਜੋ ਕਿੰਨਾ ਅਮੀਰ ਹੈ, ਉਸਦੇ ਨਾਲ ਰਿਸ਼ਤੇਦਾਰੀ ਹੈ। ਸਰਦਾਰ ਗੋਪਾਲ ਸਿੰਘ ਹੋਣੀ ਗੋਲ ਕਮਰੇ ਵਿੱਚ ਬੈਠੇ ਆਪਣੇ ਕੁਝ ਮਹਿਮਾਨਾਂ ਨਾਲ ਵਾਰਤਾਲਾਪ ਕਰ ਰਹੇ ਸਨ ਕਿ ਅਚਾਨਕ ਉਹਨਾਂ ਦੀ ਨਜ਼ਰ
मैले ਜੀਵਧਾਰੀਆਂ ਦੀ ਇੱਕ ਲਾਮ ਡੋਰੀ ਉੱਤੇ ਜਾ ਪਈ। मैले ਜੀਵਧਾਰੀਆਂ ਕਿਉਂਕਿ ਜਿਉਣ ਸਿੰਘ ਤੇ ਉਸਦਾ ਪਰਿਵਾਰ ਗਰੀਬ ਸੀ, ਉਹਨਾਂ ਨੇ ਬਹੁਤ ਸੋਹਣੇ ਕੱਪੜੇ ਨਹੀਂ ਪਾਏ ਹੋਏ ਸਨ। ਜਿਹੜੇ ਅੱਗੜ ਪਿੱਛੜ ਵਰਾਂਡੇ ਦੀਆਂ 3 ਪੌੜੀਆਂ ਚੜ੍ਹ ਕੇ ਰਵਾ ਰਵੀ ਜਨਾਨ ਖਾਨੇ ਵਾਲੇ ਜਾ ਰਹੇ ਸਨ। ਸਰਦਾਰ ਹੋਰਾਂ ਦੀਆਂ ਅੱਖਾਂ ਇਸ ਬਿਪਤਰਸ ਨਜ਼ਾਰੇ ਨੂੰ ਤੱਕ ਕੇ ਸਹਾਰ ਨਾ ਸਕੀਆਂ। ਉਹਨਾਂ ਦੀ ਕਹਿਰ ਭਰੀ ਨਜ਼ਰ ਚਿਪਸ ਦੇ ਫਰਸ਼ ਉੱਤੇ ਸੀ, ਜਿਹੜਾ ਮੈਲੇ ਕਦਮਾਂ ਨਾਲ ਹੋਰ ਦਾ ਕੀ ਹੋ ਰਿਹਾ ਸੀ। ਰਾਜ ਭਵਨ ਵਿੱਚ ਆਵੜੀ ਇਸ ਕਾਵਾਂ ਦੀ ਡਾਰ ਨੂੰ ਸ਼ਿਸ਼ਕਾਰਨ ਲਈ ਉਹ ਕਿਸੇ ਨੌਕਰ ਨੂੰ ਆਵਾਜ਼ ਦੇਣ ਹੀ ਲੱਗੇ ਸਨ ਕਿ ਇੱਕ ਕੰਗਾਲ ਕਾਫਲੇ ਦਾ ਮੋਹਰੀ ਉਹਨਾਂ ਦੇ ਸਾਹਮਣੇ ਉਪਸਥਿਤ ਹੋਇਆ। ਕੰਗਾਲ ਕਾਫਲਾ ਮਤਲਬ ਕਾਫਲਾ ਕੀ ਹੁੰਦਾ ਹੈ? ਗਰੁੱਪ ਆਫ ਪੀਪਲ, ਠੀਕ ਹੈ, ਲੋਕਾਂ ਦਾ ਗਰੁੱਪ। ਤੇ ਉਹਨਾਂ ਦਾ ਜੋ ਕਾਫਲੇ ਦਾ ਮੋਹਰੀ ਸੀਗਾ, ਉਹਨਾਂ ਦਾ ਸਰਦਾਰ ਸੀਗਾ। ਇਸ ਸਮੇਂ ਉਹਨਾਂ ਦਾ ਮੋਹਰੀ ਕੌਣ ਸੀ ਪਰਿਵਾਰ ਦਾ? ਜਿਉਣ ਸਿੰਘ। ਉਹ ਅੰਦਰ ਦਾਖਲ ਹੁੰਦਾ ਹੈ ਤੇ ਉਪਸਥਿਤ ਹੋ ਕੇ ਉਹ ਕੀ ਕਹਿੰਦਾ ਹੈ? ਮਾਮਾ ਜੀ ਸਤਿ ਸ੍ਰੀ ਅਕਾਲ। ਕੌਣ? ਜਿਉਣਾ? ਅੱਖਾਂ ਵਿੱਚ ਚਾਪਲੋਸ ਜਿਹਾ ਹਾਸਾ ਭੜ ਕੇ ਸਰਦਾਰ ਹੋਣਾ ਸਵਾਲ ਕੀਤਾ। ਸੁਣਾ, ਕਦੋਂ ਆਇਆ ਜਿਉਣਿਆ? ਤੁਰੇ ਹੀ ਆਨੇ ਆ ਮਾਮਾ ਜੀ। ਅੱਛਾ ਚਲੋ ਅੰਦਰ। ਸਰਦਾਰ ਹੋਰੀ ਪੇਚਦਾਬ ਖਾਂਦੇ ਰਹਿ ਗਏ। ਕਾਫਲਾ ਅੰਦਰ ਲੰਘ ਗਿਆ। ਮਾਨਯੋਗ ਦੋਸਤਾਂ ਦੇ ਸਾਹਮਣੇ ਇੱਕ ਤੁਸ਼ ਜਿਹੇ ਆਦਮੀ ਦੇ ਮੂੰਹੋਂ ਆਪਣੇ ਆਪ ਲਈ ਮਾਮਾ ਸੰਬੋਧਨ ਬੰਦੂਕ ਦਾ ਦੁਗਾੜਾ ਬਣ ਕੇ ਉਹਨਾਂ ਦੀ ਹਿੱਕ ਵਿੱਚ ਵੱਜਾ। ਜੇ ਜਿਉਣ ਸਿੰਘ ਇਹ ਮਾਮਾ ਸ਼ਬਦ ਨਾ ਮੂੰਹੋਂ ਫੁੱਟਦਾ ਤਾਂ ਸ਼ਾਇਦ ਉਹ ਆਪਣੇ ਮਹਿਮਾਨਾਂ ਦੀ ਐਨ ਓਲਡ ਸਰਵੈਂਟ ਆਫ ਮਾਈਨ ਕਹਿ ਕੇ ਤਸੱਲੀ ਕਰਾ ਦਿੰਦੇ, ਪਰ ਹੁਣ ਕੀ ਕਹਿ ਕੇ ਆਪਣੀ ਪੋਜੀਸ਼ਨ ਨੂੰ ਬਚਾਉਣ। ਆਖਿਰ ਜ਼ਹਿਰ ਦੇ ਘੁੱਟ ਵਾਂਗ ਇਸ ਅਸਹਿ ਸਦਮੇ ਨੂੰ ਪੀ ਗਏ ਤੇ ਦੋਸਤਾਂ ਨਾਲ ਉਹਨਾਂ ਨੇ ਕਿਸੇ ਦਿਲਚਸਪ ਮਾਮਲੇ ਉੱਤੇ ਗੱਲਬਾਤ ਸ਼ੁਰੂ ਕਰ ਦਿੱਤੀ, ਜਿਸ ਨਾਲ ਇਸ ਹੋਈ ਘਟਨਾ ਦਾ ਉਹਨਾਂ ਲੋਕਾਂ ਨੂੰ ਚੇਤਾ ਭੁੱਲ ਜਾਵੇ। ਪਰ ਬਦਕਿਸਮਤੀ ਨੇ ਫਿਰ ਵੀ ਉਹਨਾਂ ਦਾ ਖਹਿੜਾ ਨਾ ਛੱਡਿਆ। ਜਦ ਥੋੜ੍ਹੇ ਹੀ ਚਿਰ ਬਾਅਦ ਇੱਕ ਵਾਰ ਮੁੜ ਉਹੀ ਕਾਫਲਾ ਰਿਟਰਨਿੰਗ ਮਾਰਚ ਕਰਦਾ ਉਹਨਾਂ ਦੇ ਸਾਹਮਣੇ ਲੰਘਾ। ਅੱਛਾ ਮਾਮਾ ਜੀ, ਸੁੱਚੇ ਮੂੰਹ ਜਾ ਕੇ ਮੱਥਾ ਟੇਕ ਆਈਏ। ਪਹਿਲਾਂ ਗੱਲਾਂ ਅਸੀਂ ਫੇਰ ਕਰਾਂਗੇ ਬਹਿ ਕੇ। ਦੁਪਹਿਰ ਦਾ ਗਿਆ ਕਾਫਲਾ। ਇਹ ਪਰਿਵਾਰ ਕਿਤੇ ਸ਼ਾਮੀ ਵਾਪਸ ਮੁੜਿਆ। ਇਸ਼ਨਾਨ ਤੋਂ ਬਾਅਦ ਕੜਾਹ ਪ੍ਰਸ਼ਾਦ ਲੈ ਕੇ ਗੁਰੂ ਬਾਬੇ ਦੇ ਦਰਬਾਰ ਹਾਜ਼ਰ ਹੋਏ। ਕੀਰਤਨ ਸੁਣਿਆ। ਪਤੀ ਪਤਨੀ ਦਾ ਰੋਮ ਰੋਮ ਖਿੜ ਗਿਆ। ਰੋਟੀ ਵਾਲਾ ਡੱਬਾ ਉਹਨਾਂ ਦੇ ਕੋਲ ਸੀ, ਜਿਸ ਵਿੱਚ ਹੁਣ ਦੇ ਡੰਗ ਦੇ ਖਾਣ ਜੋਗਾ ਸਮਾਨ ਹੈ ਸੀ, ਕਿਉਂਕਿ ਹੱਥ ਨਾਲ ਪਕਾਈਆਂ ਹੋਈਆਂ ਰੋਟੀਆਂ ਤੇ ਆਲੂਆਂ ਦੀ ਭੁਰਜੀ ਉਹ ਨਾਲ ਲੈ ਕੇ ਟੁਰੇ ਸਨ। ਰੋਟੀ ਖਾ ਕੇ ਬਾਜ਼ਾਰ ਦਾ ਚੱਕਰ ਲਾਇਆ। ਖਰੀਦਣ ਵਾਲੀਆਂ ਚੀਜ਼ਾਂ ਬਾਰੇ ਜਿਉਣ ਸਿੰਘ ਦੀ ਵਿਚਾਰ ਸੀ ਕਿ ਇਹ ਕੰਮ ਵਾਪਸ ਜਾਣ ਵੇਲੇ ਕਰ ਲਿਆ ਜਾਏਗਾ। ਕੋਠੀ ਪਹੁੰਚਦਿਆਂ ਤੀਕ ਕਾਫੀ ਹਨੇਰਾ ਹੋ ਗਿਆ ਸੀ। ਟਾਂਗੇ ਵਿੱਚ ਬੈਠਾ ਬੈਠਾ ਜਿਉਣ ਸਿੰਘ ਉਂਘ ਰਿਹਾ ਸੀ ਤੇ ਉਂਘ ਵਿੱਚ ਉਸਨੂੰ ਕੋਈ ਡਾਢਾ ਹੀ ਸੁਖਾਵਾਂ ਸੁਨੇਹਾ ਮਿਲੀ ਜਾ ਰਿਹਾ ਸੀ। ਅੱਜ ਦੀ ਰਾਤ ਖੂਬ ਨੀਂਦਰ ਭੜ ਕੇ ਸੋਵਾਂਗਾ ਮਾਮਾ ਜੀ ਦੀ ਕੋਠੀ ਵਿੱਚ। ਤੇ ਫਿਰ ਇੱਕ ਝਮ-ਝਮ ਕਰਦਾ ਚੰਦੋਆ ਉਸਦੀਆਂ ਅੱਖਾਂ ਅੱਗੇ ਫਿਰਨ ਲੱਗ ਪੈਂਦਾ। ਜਿਉਣ ਸਿੰਘ ਤੇ ਇੰਦਰ ਕੌਰ ਦੇ ਕਦਮ ਮਾਨੋ ਫਰਸ਼ ਨਾਲ ਸਿਉਤੇ ਗਏ, ਜਦੋਂ ਅੰਦਰ ਲੰਘਣ ਤੋਂ ਪਹਿਲਾਂ ਹੀ ਉਹਨਾਂ ਦੇ ਕੰਨੀ ਕੁਝ ਆਵਾਜ਼ਾਂ ਪਈਆਂ। ਇਹ ਕਿੱਥੋਂ ਆ ਮੋਈ ਚੰਗੜਾਂ ਦੀ ਟੋਲੀ? ਮੈਨੂੰ ਤੇ ਜੀ ਆਪ ਚਿੰਤਾ ਲੱਗੀ ਹੋਈ ਹੈ। ਭੈੜੇ ਕੀਚਰਾਂ ਨੇ ਫਰਸ਼ ਦਾ ਸਤਿਆਨਾਸ਼ ਕਰ ਛੱਡਿਆ। ਵਿਚਾਰੇ ਖੁਸ਼ੀਏ ਨੂੰ ਦੂਜੀ ਵਾਰ ਸਾਫ਼ ਕਰਨਾ ਪਿਆ। ਕੀ ਕਹਿੰਦੇ ਸੀ ਫੇਰ ਆਵਾਂਗੇ? ਆਹੋ ਜੀ, ਆਉਣਾ ਨਹੀਂ ਤੇ ਹੋਰ ਮੜੀਆਂ ਵਿੱਚ ਰਹਿਣਾ ਹੈ। ਤੇ ਦਫਾ ਕਦੋਂ ਹੋਣਗੇ? ਕੀ ਪਤਾ। ਇਹ ਮੂੰਹ ਕਾਲੀ ਤੇ ਕਹਿੰਦੀ ਸੀ ਇੱਥੇ ਰਹਿ ਕੇ ਚੰਦੋਆ ਤਿਆਰ ਕਰਵਾਣਾ ਮੈਂ। ਹਿਸ਼, ਮੁਸਾਫਰਖਾਨਾ ਲੱਭਾ ਹੋਇਆ ਉਹਨਾਂ ਨੇ। ਆਉਂਦੇ ਨੇ ਤਾਂ ਦਫਾ ਕਰਦੇ 2-4 ਮੰਨੀਆਂ ਖਵਾ ਕੇ। ਮੰਨੀਆਂ ਮਤਲਬ ਰੋਟੀ ਖਵਾ ਕੇ, ਫੁਲਕੇ ਬਣਾ ਕੇ। ਮੈਂ ਨਹੀਂ ਇਸ ਬੇਇੱਜ਼ਤੀ ਨੂੰ ਬਰਦਾਸ਼ਤ ਕਰ ਸਕਦਾ। ਬੇਵਕੂਫ ਨੇ ਨਾ ਅੱਗਾ ਵੇਖਿਆ ਨਾ ਪਿੱਛਾ ਤੇ ਸ਼ਰੀਫ ਆਦਮੀਆਂ ਦੇ ਸਾਹਮਣੇ ਮੈਨੂੰ ਮਾਮਾ ਕਹਿ ਦਿੱਤਾ। ਇਸੇ ਕਰਕੇ ਮੈਂ ਉਹਨਾਂ ਦਾ ਲੱਟਾ ਪੱਟਾ ਚਕਾ ਕੇ ਬਾਹਰ ਰਖਵਾ ਛੱਡਿਆ ਜੀ। ਚਾਰੇ ਬੰਨੇ ਜੇ ਰਾਤੀ ਨਾ ਹੀ ਮਗਰੋਂ ਲੱਥੇ ਤਾਂ ਸਰਵੈਂਟਸ ਕੁਆਟਰ ਵਿੱਚ ਵਾੜਾਂਗੇ ਨੇ। ਦਿਨ ਚੜੇ ਕਹਾਂਗੇ ਚੁੱਕੋ ਬੋਰੀਆ ਬਿਸਤਰ ਤੇ ਤੁਰਦੇ ਬਣੋ। ਇਸ ਤੋਂ ਅੱਗੇ ਕੀ ਗੱਲਾਂ ਹੋਈਆਂ ਇਹ ਲੋਕ ਨਾ ਸੁਣ ਸਕੇ। ਦੋਹਾਂ ਦੇ ਕੰਨਾਂ ਵਿੱਚ ਤੂਫਾਨ ਵਰਗੀ ਛਾਂ ਹੋਣ ਲੱਗ ਪਈ। ਇੰਦਰ ਕੌਰ ਨੇ ਗਰਦਨ ਮੋੜ ਕੇ ਵਰਾਂਡੇ ਤੋਂ ਬਾਹਰ ਤੱਕਿਆ। ਵਾੜ ਦੇ ਮੁੱਢ ਦੀ ਟਰੰਕੀ ਪਈ ਹੋਈ ਸੀ।
ਜਿਸ ਉੱਤੇ ਉਹੀ ਪੁਰਾਣਾ ਕੰਬਲ ਤੇ ਕੰਬਲ ਦੇ ਉੱਤੇ ਕੱਪੜਿਆਂ ਵਾਲਾ ਥੈਲਾ। ਦੋਹਾਂ ਨੇ ਦੋਹਾਂ ਵੱਲ ਸਵਾਲੀਆ ਜਿਹੀ ਨਜ਼ਰ ਨਾਲ ਤੱਕਿਆ ਤੇ ਫਿਰ ਪਿਛਾਂਹ ਪਰਤ ਗਏ। ਕੁੜੀਆਂ ਨੂੰ ਵੀ ਇਸ਼ਾਰੇ ਨਾਲ ਉਹਨਾਂ ਨੇ ਪਿਛਾਂਹ ਮੋੜ ਦਿੱਤਾ। ਫਿਰ ਵਾਰਡ ਕੋਲ ਪਹੁੰਚ ਕੇ ਇਹਨਾਂ ਸਮਾਨ ਚੁੱਕ ਲਿਆ। ਇੰਦਰ ਕੌਰ ਦੀ ਆਵਾਜ਼ ਥਿੜਕ ਕੇ ਨਿਕਲੀ, ਤੇ ਚੰਦੋਏ ਦਾ ਕੀ ਬਣੇਗਾ? ਗੁਰੂ ਬਾਬਾ ਸਾਰੇ ਲੋਕਾਂ ਪਾਸੋਂ ਚੰਦੋਏ ਥੋੜ੍ਹੀ ਮੰਗਦਾ ਹੈ ਜਿਨ੍ਹਾਂ ਨੂੰ ਪੁੱਤਰ ਦਿੰਦਾ ਵੇ। ਪਰ ਕਾਕਾ ਬਿਮਾਰ ਜੋ ਹੋ ਗਿਆ ਸੀ, ਗੁਰੂ ਰਾਖਾ ਕਾਕੇ ਦਾ। ਤੇ ਫਿਰ ਇਹ ਲਾਮ ਡੋਰੀ ਹਨੇਰੇ ਨੂੰ ਚੀਰਦੀ ਹੋਈ ਕੋਠੀ ਤੋਂ ਬਾਹਰ ਹੋ ਗਈ। ਇਸ ਤਰ੍ਹਾਂ ਇੱਥੇ ਕਹਾਣੀ ਦਾ ਅੰਤ ਹੋ ਜਾਂਦਾ ਹੈ। ਕਹਾਣੀ ਦੇ ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਸਾਨੂੰ ਲੇਖਕ ਨੇ ਬੜੇ ਹੀ ਸੁਚੱਜੇ ਤਰੀਕੇ ਨਾਲ ਦੱਸਿਆ ਹੈ ਕਿ ਇੱਕ ਜਿਉਣ ਸਿੰਘ ਨੂੰ ਆਪਣੇ ਮਾਮੇ ਉੱਤੇ ਬੜਾ ਹੀ ਮਾਣ ਹੁੰਦਾ ਹੈ, ਪਰ ਜਦੋਂ ਉਹ ਉਹਨਾਂ ਦੀਆਂ ਗੱਲਾਂ ਨੂੰ ਸੁਣ ਲੈਂਦਾ ਹੈ, ਉਹ ਤੇ ਉਸਦੀ ਪਤਨੀ ਦੋਵੇਂ ਸੁਣ ਲੈਂਦੇ ਹਨ, ਠੀਕ ਹੈ, ਤਾਂ ਉਹ ਦੋਨੇ ਇੱਕ ਦੂਸਰੇ ਨੂੰ ਹੀ ਸਵਾਲੀਆ ਨਜ਼ਰ ਨਾਲ ਦੇਖਦੇ ਹਨ। ਉਹਨਾਂ ਨੂੰ ਇੱਕ ਦੂਸਰੇ ਉੱਪਰ ਹੀ ਸਮਝ ਹੀ ਨਹੀਂ ਆ ਰਿਹਾ ਹੁੰਦਾ ਕਿ ਉਹ ਹੁਣ ਕੀ ਕਹਿਣ। ਉਹਨਾਂ ਦਾ ਮਾਣ ਜੋ ਸੀ ਆਪਣੇ ਮਾਮੇ ਦੇ ਉੱਪਰ, ਸਾਰਾ ਹੀ ਉੱਥੇ ਖਤਮ ਹੋ ਜਾਂਦਾ ਹੈ ਤੇ ਉਹ ਉਸ ਹਨੇਰੇ ਨੂੰ ਚੀਰਦੇ ਹੋਏ ਆਪਣੇ ਘਰ ਨੂੰ ਵਾਪਸ ਪਰਤ ਪੈਂਦੇ ਹਨ। ਧੰਨਵਾਦ।